ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਆ ਵੀਡੀਓ ਅੱਜ ਦੀ ਮੈਂ ਉਹਨਾਂ ਦੋਸਤਾਂ ਵਾਸਤੇ ਬਣਾਈ ਆ ਕਿ ਜਿਹੜੇ ਫਜ਼ੂਲ ਤੇ ਬੇਲਾ ਵਜ੍ਹਾ ਬੋਲਦੇ ਆ ਔਰ ਉਹਨਾਂ ਦਾ ਜ਼ਿਆਦਾ ਬੋਲਣਾ ਹੀ ਉਹਨਾਂ ਵਾਸਤੇ ਵਬਾਲੇ ਜਾਨ ਬਣ ਜਾਂਦਾ ਜਾਂ ਪਰੇਸ਼ਾਨੀ ਦਾ ਸਬਬ ਬਣਦਾ। ਵੀਡੀਓ ਨੂੰ ਜ਼ਰਾ ਗੌਰ ਨਾਲ ਸੁਣਿਓ, ਇੰਤਹਾਈ ਸਬਕ ਮੋਲ। ਇੱਕ ਦਫਾ ਦਾ ਜ਼ਿਕਰ ਆ ਕਿ ਇੱਕ ਬਾਦਸ਼ਾਹ ਨੇ 3 ਬੇਗਨਾਵਾਂ ਨੂੰ ਸਜ਼ਾਏ ਮੌਤ ਦਾ ਆਰਡਰ ਜਾਰੀ ਕਰ ਦਿੱਤਾ। ਉਹ 3 ਬੇਗਨਾਹ ਕੌਣ ਸੀਗੇ? ਉਹਨਾਂ 3 ਬੇਗਨਾਵਾਂ ਦੇ ਵਿੱਚ ਇੱਕ ਆਲਮ ਸੀਗਾ, ਦੂਸਰਾ ਵਕੀਲ ਸੀ ਤੇ ਤੀਸਰਾ ਜਿਹੜਾ ਸੀ ਨਾ ਉਹ ਸੀਗਾ ਫਲਸਫੀ। ਬਾਦਸ਼ਾਹ ਸਲਾਮਤ ਨੇ ਉਹਨਾਂ ਦੇ ਸਜ਼ਾਏ ਮੌਤ ਦੇ ਆਰਡਰ ਜਾਰੀ ਕਰਤੇ ਤੇ ਉਹਨਾਂ ਨੂੰ ਕੈਦਖਾਨੇ ਭੇਜਤਾ ਤੇ ਨਾਲ ਇਹ ਆਰਡਰ ਜਾਰੀ ਕੀਤਾ ਕਿ ਫਲਾਂ ਤਰੀਕ ਨੂੰ ਇਹਨਾਂ ਨੂੰ ਸਜ਼ਾਏ ਮੌਤ ਦਿੱਤੀ ਜਾਏਗੀ। ਉਹ ਖੈਰ ਵਕਤ ਗੁਜ਼ਰਦਾ ਗਿਆ। ਜੋ ਹੀ ਵਕਤ ਆਇਆ ਤੇ ਤਿੰਨਾਂ ਨੂੰ ਬਾਦਸ਼ਾਹ ਸਲਾਮਤ ਨੇ ਆਪਣੇ ਦਰਬਾਰ 'ਚ ਬੁਲਾਇਆ ਤੇ ਬੁਲਾ ਕੇ ਉਹਨਾਂ ਕੋਲ ਜਿਹੜਾ ਸੀ ਜੇਲ੍ਹ ਦਾ ਹਾਲ ਅਹਿਵਾਲ ਪੁੱਛਿਆ ਤੇ ਬਾਅਦ 'ਚ ਕਿਹਾ ਆਪਣੇ ਜਿਹੜੇ ਉਹਨਾਂ ਦੇ ਦਰਬਾਰੀ ਸੀਗੇ ਜਾਂ ਉਹਦੇ ਖੁਦਾਮ ਸੀਗੇ ਕਿ ਇਹਨਾਂ ਨੂੰ ਸਜ਼ਾਏ ਮੌਤ ਵਾਲੀ ਘਾਟ 'ਤੇ ਲੈ ਜਾਓ। ਉਹ ਖੈਰ ਤਿੰਨਾਂ ਨੂੰ ਸਜ਼ਾਏ ਮੌਤ ਵਾਲੀ ਘਾਟ 'ਤੇ ਲੈ ਗਏ। ਅੱਛਾ, ਉਸ ਵਕਤ ਜਿਹੜੀ ਸਜ਼ਾਏ ਮੌਤ ਦਿੰਦੇ ਸੀ, ਜਿਹੜਾ ਉਹਨੇ ਤਰੀਕਾਕਾਰ ਬਣਾਇਆ ਸੀ ਉਹ ਕੀ ਸੀਗਾ? ਉਹਨੇ ਇੱਕ ਸਜ਼ਾਏ ਮੌਤ ਵਾਲਾ ਇੱਕ ਲੱਕੜ ਦਾ ਤਖਤਾ ਤਿਆਰ ਕੀਤਾ ਸੀ। ਉਹਦੇ ਉੱਪਰ ਇੱਕ ਮੀਨਾਰ ਸੀਗਾ। ਮੀਨਾਰ ਦੇ ਉੱਪਰ ਇੱਕ ਬੜਾ ਸਾਰਾ ਪੱਥਰ ਰੱਖਿਆ ਸੀ ਜਿਹੜਾ ਕਿ ਮਜ਼ਬੂਤ ਰੱਸੇ ਨਾਲ ਬੰਨ੍ਹਿਆ ਸੀ ਤੇ ਉਹ ਪੱਥਰ ਇੱਕ ਝੂਲੇ ਦੇ ਵਿੱਚ ਝੂਲਦਾ ਸੀ। ਤੇ ਜਦੋਂ ਕਿਸੇ ਨੂੰ ਸਜ਼ਾਏ ਮੌਤ ਦੇਣੀ ਹੁੰਦੀ ਸੀਗੀ, ਰੱਸਾ ਢਿੱਲਾ ਕਰਦੇ ਸੀਗੇ ਤੇ ਉਹ ਪੱਥਰ ਆ ਕੇ ਵੱਜਦਾ ਸੀਗਾ ਉਸ ਮੁਜਰਮ ਦੇ ਸਿਰ 'ਤੇ ਮੌਕੇ 'ਤੇ ਮਰ ਜਾਂਦਾ। ਖੈਰ ਤਿੰਨੇ ਉੱਥੇ ਪਹੁੰਚ ਗਏ। ਆਲਮ ਵੀ ਪਹੁੰਚ ਗਿਆ, ਫਲਸਫੀ ਵੀ ਪਹੁੰਚ ਗਿਆ ਤੇ ਵਕੀਲ ਵੀ ਪਹੁੰਚ ਗਿਆ। ਸਭ ਤੋਂ ਪਹਿਲਾਂ ਵਾਰੀ ਆ ਗਈ ਆਲਮ ਦੀ। ਆਲਮ ਨੂੰ ਖੜ੍ਹਾ ਕਰ ਦਿੱਤਾ ਗਿਆ ਸਜ਼ਾਏ ਮੌਤ ਵਾਲੇ ਤਖਤੇ 'ਤੇ ਤੇ ਉਹਨੂੰ ਕਿਹਾ ਗਿਆ ਵੀ ਤੇਰੀ ਕੋਈ ਖਾਹਿਸ਼ ਹੈ ਤੇ ਦੱਸ ਦੇ, ਉਹ ਪੂਰੀ ਕੀਤੀ ਜਾਵੇ। ਤੇ ਆਲਮ ਦੀਨ ਕਹਿੰਦਾ ਮੇਰੀ ਕੋਈ ਖਾਹਿਸ਼ ਨਹੀਂ ਹੈ, ਲੇਕਿਨ ਮੈਂ ਇੰਨਾ ਜ਼ਰੂਰ ਜਾਣਦਾ ਕਿ ਜ਼ਿੰਦਗੀ ਔਰ ਮੌਤ ਜਿਹੜੀ ਆ ਉਹ ਅੱਲਾਹ ਤਾਲਾ ਦੇ ਹੱਥ ਦੇ ਵਿੱਚ ਆ। ਅਗਰ ਮੇਰੀ ਜ਼ਿੰਦਗੀ ਹੋਈ ਤਾਂ ਮੈਨੂੰ ਕੁਛ ਨਹੀਂ ਹੋਣਾ, ਅਗਰ ਮੇਰੀ ਮੌਤ ਲਿਖੀ ਹੋਈ ਮੈਨੂੰ ਮੌਤ ਆ ਜਾਣੀ। ਖੈਰ ਬਾਦਸ਼ਾਹ ਸਲਾਮਤ ਨੇ ਆਰਡਰ ਜਾਰੀ ਕਰਤੇ ਕਿ ਸਜ਼ਾਏ ਮੌਤ ਦਿੱਤੀ ਜਾਵੇ। ਉਹ ਪੱਥਰ ਨੂੰ ਛੱਡਿਆ ਗਿਆ ਤੇ ਪੂਰੇ ਜ਼ੋਰ ਨਾਲ ਨੀਚੇ ਆਇਆ ਤੇ ਜਿਉਂ ਹੀ ਸਿਰ ਦੇ ਕਰੀਬ ਆਇਆ ਪੱਥਰ ਰੁਕ ਗਿਆ, ਵੱਜਾ ਨਹੀਂ ਆਲਮ ਨੂੰ। ਤੇ ਆਲਮ ਉਹਨਾਂ ਦੀ ਜਾਨ ਬਚ ਗਈ, ਸਜ਼ਾਏ ਮੌਤ ਤੋਂ ਬਚ ਗਏ। ਬਾਦਸ਼ਾਹ ਸਲਾਮਤ ਨੇ ਆਲਮ ਨੂੰ ਬਰੀ ਕਰਤਾ। ਇਸ ਤੋਂ ਬਾਅਦ ਵਾਰੀ ਆ ਗਈ ਵਕੀਲ ਸਾਹਿਬ ਦੀ। ਵਕੀਲ ਸਾਹਿਬ ਨੂੰ ਸਜ਼ਾਏ ਮੌਤ ਵਾਲੇ ਤਖਤੇ 'ਤੇ ਖੜਿਆ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੇਰੀ ਕੋਈ ਆਖਰੀ ਜ਼ਿੰਦਗੀ ਦੀ ਖਾਹਿਸ਼ ਹੋਵੇ ਤਾਂ ਦੱਸ ਦੇ। ਉਹ ਆਂਦਾ ਮੇਰੀ ਕੋਈ ਖਾਹਿਸ਼ ਨਹੀਂ ਗੀ, ਮੈਨੂੰ ਇਹ ਪਤਾ ਕਿ ਮੈਂ ਹਮੇਸ਼ਾ ਇਨਸਾਫ ਦਾ ਸਾਥ ਦਿੱਤਾ ਤੇ ਕਦੀ ਵੀ ਮੈਂ ਜ਼ਾਲਮ ਦੀ ਹਮਾਇਤ ਨਹੀਂ ਕੀਤੀ ਤੇ ਅੱਜ ਮੇਰਾ ਇਨਸਾਫ ਮੈਨੂੰ ਬਚਾਏਗਾ। ਅਗਰ ਮੈਂ ਸੱਚਾ ਹੋਇਆ ਤੇ ਮੈਨੂੰ ਮੌਤ ਨਹੀਂ ਆਉਣੀ ਤੇ ਅਗਰ ਮੈਂ ਬੇਇਨਸਾਫ ਹੋਇਆ ਤੇ ਮੌਤ ਮੇਰਾ ਮੁਕੱਦਰ ਹੋਏਗੀ। ਖੈਰ ਬਾਦਸ਼ਾਹ ਸਲਾਮਤ ਨੇ ਆਰਡਰ ਜਾਰੀ ਕਰਤੇ ਕਿ ਵਕੀਲ ਸਾਹਿਬ ਨੂੰ ਸਜ਼ਾਏ ਮੌਤ ਦਿੱਤੀ ਜਾਵੇ। ਤੇ ਉਹਦਾ ਸੀਗਾ ਸਜ਼ਾ ਦੇਣ ਵਾਲਾ, ਉਹਨੇ ਪੱਥਰ ਸੁੱਟਿਆ ਤੇ ਪੱਥਰ ਮੀਨਾਰ ਤੋਂ ਝੂਲਦਾ ਆਇਆ, ਸਪੀਡ ਨਾਲ ਆਇਆ। ਜੋ ਹੀ ਵਕੀਲ ਦੇ ਸਿਰ 'ਤੇ ਆ ਕੇ ਆਇਆ ਤੇ ਰੋਕਿਆ, ਸਿਰ 'ਚ ਨਾ ਵੱਜਾ। ਵਕੀਲ ਸਾਹਿਬ ਵੀ ਬਚ ਗਏ, ਜਾਨ ਛੁੱਟ ਗਈ ਉਹਨਾਂ ਦੀ, ਸਜ਼ਾਏ ਮੌਤ ਨਾ ਹੋਈ। ਬਾਦਸ਼ਾਹ ਸਲਾਮਤ ਨੇ ਉਹਨੂੰ ਵੀ ਬਰੀ ਕਰਤਾ। ਅੱਗੇ ਵਾਰੀ ਆ ਗਈ ਫਲਸਫੀ ਦੀ। ਫਲਸਫੀ ਨੂੰ ਉਹਦੇ ਦਰਬਾਰੀ ਜਿਹੜੇ ਸੀਗੇ ਜਾਂ ਉਹਦੇ ਜਿਹੜੇ ਖੁਦਾਮ ਸੀਗੇ ਉਹਨੂੰ ਤਖਤਾਦਾਰ 'ਤੇ ਲੈ ਗਏ ਤੇ ਉਹਨੂੰ ਪੁੱਛਿਆ ਗਿਆ ਸੁਣਾ ਵੀ ਤੇਰੀ ਕੋਈ ਖਾਹਿਸ਼ ਹੈ ਦੱਸ। ਆਂਦਾ ਉਹਦੇ ਬਾਅਦ ਦੀ ਗੱਲ ਆ, ਮੈਨੂੰ ਪਤਾ ਆਲਮ ਤੇ ਵਕੀਲ ਬਚੇ ਕਿਉਂ। ਸਾਰੇ ਮਜਮਾ ਲੱਗਾ ਹੋਇਆ ਦਰਬਾਰੀ ਨੇ, ਬਾਦਸ਼ਾਹ ਨੇ। ਆਂਦਾ ਵੀ ਜਿਹੜਾ ਪੱਥਰ ਇਹਨਾਂ ਦੇ ਸਿਰ 'ਤੇ ਕਿਉਂ ਨਹੀਂ ਵੱਜਿਆ, ਬਲ ਦੀ ਵਜ੍ਹਾ ਕੀ ਸੀ ਕਿ ਰੱਸੇ ਦੇ ਆਖਰ 'ਤੇ ਗੰਢ ਸੀਗੀ, ਉਹ ਗੰਢ ਝੂਲੇ ਫਸ ਜਾਂਦੀ ਰਹੀ। ਜੂੰ ਹੀ ਸਿਰ ਨੂੰ ਵੱਜਣ ਲੱਗਦਾ ਸੀਗਾ ਉੱਥੇ ਆ ਕੇ ਪੱਥਰ ਰੁਕ ਜਾਂਦਾ ਰਿਹਾ। ਉਹ ਤੇਰੀ ਖੈਰ ਉਹ ਬਾਦਸ਼ਾਹ ਨੇ ਫਿਰ ਕੀ ਕਿਹਾ ਕਿ ਰੱਸੇ ਦੀ ਗੰਢ ਖਿਲਾ ਦਿੱਤੀ ਜਾਵੇ ਤੇ ਫਲਸਫੀ ਨੇ ਆਪਣੀ ਕੋਈ ਖਾਹਿਸ਼ਦਾਰ ਨਹੀਂ ਕੀਤੀ।
ਤੇ ਜਿਹੜਾ ਸਜ਼ਾ ਦੇਣ ਵਾਲਾ ਸੀ ਉਹਨੂੰ ਆਰਡਰ ਜਾਰੀ ਕੀਤਾ ਕਿ ਇਸ ਬੰਦੇ ਨੂੰ ਸਜ਼ਾਏ ਮੌਤ ਦਿੱਤੀ ਜਾਵੇ। ਉਹ ਰੱਸੇ ਦੀ ਗੰਢ ਖੁੱਲ੍ਹ ਚੁੱਕੀ ਸੀ, ਜਿਹੜਾ ਕਿਸੇ ਨੂੰ ਵੀ ਨਹੀਂ ਸੀ ਪਤਾ, ਨਾ ਬਾਦਸ਼ਾਹ ਨੂੰ ਪਤਾ ਸੀ, ਨਾ ਸਜ਼ਾ ਦੇਣ ਵਾਲਿਆਂ ਨੂੰ ਪਤਾ ਸੀ, ਨਾ ਦਰਬਾਰੀਆਂ ਨੂੰ ਪਤਾ ਸੀ। ਫਲਸੀ ਵੀ ਨਹੀਂ ਗੌਰ ਕਰ ਰਹੇ ਸੀਗੇ, ਉਹਨਾਂ ਦੇ ਮੂੰਹੋਂ ਨਿਕਲ ਗਿਆ ਰੱਸੇ ਨੂੰ ਗੰਢ ਸੀਗੀ ਅਤੇ ਲਿਹਾਜ਼ਾ ਗੰਢ ਦੀ ਵਿਆਹ ਤੋਂ ਬਚੇ। ਬਾਦਸ਼ਾਹ ਸਲਾਮ ਨੇ ਗੰਢ ਖੁਲਵਾ ਦਿੱਤੀ ਅਤੇ ਹੁਕਮ ਜਾਰੀ ਕੀਤਾ ਕਿ ਫਲਸੀ ਨੂੰ ਸਜ਼ਾਏ ਮੌਤ ਦਿੱਤੀ ਜਾਵੇ। ਜੂੰ ਹੀ ਰੱਸਾ ਛੱਡਿਆ, ਮਨਾਰ ਤੋਂ ਪੱਥਰ ਆਉਂਦਾ ਸਿੱਧਾ ਵੱਜਾ ਫਲਸਫੀ ਦੇ ਸਿਰ ਦੇ ਵਿੱਚ। ਫਲਸਫੀ ਹੁਣੀ ਕੁਚਲੇ ਗਏ ਅਤੇ ਉਹਨਾਂ ਦੀ ਮੌਤ ਵਾਕਿਆ ਹੋ ਗਈ। ਹੁਣ ਫਲਸਫੀ ਸਾਹਿਬ ਸਮਝਦਾਰ ਸੀਗੇ, ਉਹ ਜ਼ਹਾਨਤ ਰੱਖਦੇ ਸੀ, ਉਹਨਾਂ ਨੂੰ ਪਤਾ ਚੱਲਦਾ ਪਿਆ ਸੀ ਕਿ ਗੰਢ ਦੇ ਵੱਧ ਬਚੇ, ਲੇਕਿਨ ਉਹ ਖਾਮੋਸ਼ ਰਹਿੰਦੇ ਵਕਤ ਦੀ ਨਜ਼ਾਕਤ ਦੇ ਨਾਲ, ਅਤੇ ਉਹ ਨਾ ਦੱਸਦੇ ਰੱਸੇ ਨੂੰ ਗੰਢ ਆ ਅਤੇ ਸ਼ਾਇਦ ਉਹ ਵੀ ਬਚ ਜਾਂਦੇ। ਲੇਕਿਨ ਉਹਨਾਂ ਦਾ ਵਕਤ ਦੇ ਮੁਤਾਬਕ ਨਾ ਬੋਲਣਾ, ਬਿਲਾ ਵਜ੍ਹਾ ਬੋਲਣਾ ਉਹਨਾਂ ਦੀ ਮੌਤ ਦਾ ਸਬੱਬ ਬਣਿਆ। ਇਸ ਲਈ ਕਿਹਾ ਜਾਂਦਾ ਕਿ ਜਦੋਂ ਵੀ ਬੋਲਣਾ ਹੋਵੇ ਨਾ, ਪਹਿਲੇ ਤੋਲ ਲਿਆ ਕਰੋ, ਅਤੇ ਕਿਉਂਕਿ ਜ਼ਬਾਨ ਜਿਹੜੀ ਆ ਇਨਸਾਨ ਨੂੰ ਬਿਲਾ ਵਜ੍ਹਾ ਬੋਲਣਾ ਜਿਹੜਾ ਇਹ ਫਸਾਦ ਦੀ ਕਿਤੇ ਨਾ ਕਿਤੇ। ਜਦੋਂ ਵੀ ਬੋਲੋ ਤੋਲ ਕੇ ਬੋਲੋ, ਸੱਚ ਬੋਲੋ ਅਤੇ ਜ਼ਿਆਦਾ ਖਾਮੋਸ਼ੀ ਇਖਤਿਆਰ ਕਰੋ, ਕਿਉਂਕਿ ਕਿਹਾ ਗਿਆ कि बुरे लोगों से तन्हाई बेहतर है और तन्हाई से उलमा की सोहबत बेहतर है। तन्हाई में क्या होता है, आदमी खामोश रहता है, उसकी ज़बान जो है वो पाक रहती है और वो बचा रहता है। जज़ाकल्लाह।